गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा, वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु राहीं उपदेश बख्शिश कीता है, सतगुरु समझाउंदे भी ये संसार दे विच जदों असीं आउंदे सानूं जो धन सवासों दिता जाता है गिणती दे विच, जिहदे विच जिहड़ा साडा समा सवास वो वाधे घटदे नहीं। हुण जदों असीं इस संसार दे विचों जाना है, अंत समा कोई पता नहीं भी किदां दा होना, की कारण बनना। जे हुण साडे हिरदे विच परमात्मा वसिया होए, फिर सानू अगे सौखा है, फिर साडा जिहड़ा मरना वो सहीला हो जाता। क्योंकि जाण दा कारण की बनना है ये मालक नूं पता। बई असीं संसार दे विचों किवें जाना। महाराज ताइयों फरमाउंदे, क्या जाना कब मरेंगे, कैसा मरना होए, जेकर साहिब मरो ना विसरे तां सहीला मरना होए। बई संसार दे विचों जाना तो सब नहीं, बई जदों समा आ गया सानू इथों जाना पैना। जाण दा की कारण बनना है वो भी मालक नूं पता, कारण करते वस है। बई सानू ये शरीर छड्डाउण वास्ते कोई शरीर नूं रोग लगना है, या कोई हादसा होना, असीं जा रहे हैं किते रस्ते विच, किते एक्सीडेंट होना है, जां साडी पानी च डुब के मौत होनी है। ये की कारण बनना है मालक नूं पता, ते जाना सब नहीं। महाराज इसलिए फिर कहते भी जाना तो हैगा ही,
ਪਰ ਫਿਰ ਜਾਣਾ ਸਾਡਾ ਸੌਖਾ ਹੈ, ਸਹਿਲਾ ਹੈ ਜੇ ਅਸੀਂ ਪਰਮਾਤਮਾ ਮਾਲਕ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਏਗਾ। ਤਾਂ ਫਿਰ ਮਹਾਰਾਜ ਕਹਿੰਦੇ ਵੀ ਅੰਤ ਸਮਾਂ ਪਤਾ ਨਹੀਂ ਕਿੱਦਾਂ ਦਾ ਆਉਣਾ, ਵੀ ਪਹਿਲਾਂ ਇੰਨਾ ਸਿਮਰਨ ਕਰੋ ਵੀ ਜੋ ਮਾਲਕ ਹੈ ਉਹ ਸਾਡੇ ਹਿਰਦੇ ਵਿੱਚ ਵਸ ਜਾਵੇ। ਜੇ ਹਿਰਦੇ 'ਚ ਵਸਿਆ ਹੋਏਗਾ, ਸਾਨੂੰ ਭੁੱਲੇਗਾ ਨਹੀਂ, ਫਿਰ ਆਪਾਂ ਨੂੰ ਅੱਗੇ ਸੌਖਾ। ਜੇ ਹੁਣ ਪਹਿਲਾਂ ਨਹੀਂ ਜੀਵ ਸਿਮਰਨ ਕਰਦਾ, ਫਿਰ ਜੇ ਅਸੀਂ ਆਖੀਏ ਵੀ ਉਹ ਅੰਤ ਸਮੇਂ ਕਰੇਗਾ, ਤੇ ਅੰਤ ਸਮੇਂ ਫਿਰ ਹੁੰਦਾ ਨਹੀਂ, ਕਿਉਂਕਿ ਅੰਤ ਸਮੇਂ ਵੀ ਉਹਨਾਂ ਦਾ ਹੀ ਸਿਮਰਨ ਚੱਲਦਾ ਹੈ ਜਿਨ੍ਹਾਂ ਨੇ ਪਹਿਲਾਂ ਦ੍ਰਿੜ ਕੀਤਾ ਹੋਇਆ। ਜਿਨ੍ਹਾਂ ਨੇ ਪਹਿਲਾਂ ਦ੍ਰਿੜ ਕੀਤਾ ਹੀ ਨਹੀਂ, ਜਿਹੜੇ ਪਹਿਲਾਂ ਸਿਮਰਨ ਕਰਦੇ ਹੀ ਨਹੀਂ, ਫਿਰ ਜਦੋਂ ਅੰਤ ਸਮਾਂ ਆਉਂਦਾ ਉਦੋਂ ਨਹੀਂ ਫਿਰ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਅਬ ਨਾ ਭਜਿਸ ਤਾ ਭਜਿਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਬਈ ਜੇ ਅਸੀਂ ਹੁਣ ਨਹੀਂ ਸਿਮਰਨ ਕਰਦੇ, ਸਾਨੂੰ ਔਖਾ ਲੱਗਦਾ ਤੇ ਆਖੀਏ ਵੀ ਅੰਤ ਸਮੇਂ ਕਰ ਲਾਂਗੇ, ਅੰਤ ਸਮੇਂ ਤੋਂ ਫਿਰ ਹੋਣਾ ਹੀ ਨਹੀਂ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਕਰ, ਵੀ ਹੁਣ ਜਦੋਂ ਸਾਡੇ ਕੋਲ ਸਮਾਂ ਹੈਗਾ, ਸਰੀਰ ਦੇ ਵਿੱਚ ਬਲ ਹੈ, ਹੁਣ ਅੰਤ ਸਮਾਂ ਤਾਂ ਪਤਾ ਨਹੀਂ ਵੀ ਉਦੋਂ ਸਰੀਰ ਦੀ ਕੀ ਹਾਲਤ ਹੋਣੀ। ਜਿਵੇਂ ਹੁਣ ਸੰਸਾਰ ਦੇ ਵਿੱਚ ਜਦੋਂ ਇਹ ਸਰੀਰ ਕਰਕੇ ਜੀਵਨ ਨਕਾਰਾ ਹੋ ਜਾਂਦਾ, ਵੀ ਜਿਹੜੇ ਪਹਿਲਾਂ ਜਪਦੇ ਨਹੀਂ, ਜਦੋਂ ਕੇਸ ਕਾਲੇ ਸੀ ਤੇ ਕਾਲਿਆਂ ਤੋਂ ਫਿਰ ਦੁੱਧ ਚਿੱਟੇ ਹੋ ਗਏ, ਜਿਹੜੇ ਨੇਤਰ ਸੀ ਇਹਨਾਂ ਤੋਂ ਦਿਸਦਾ ਨਹੀਂ ਤੇ ਆਪ ਮਹਾਰੇ ਨੀਰ ਵਗੀ ਜਾਂਦਾ, ਪਾਣੀ ਨਿਕਲੀ ਜਾਂਦਾ। ਹੁਣ ਜਿਹੜੇ ਕੰਨ ਨੇ, ਕੰਨਾਂ ਤੋਂ ਸੁਣਦਾ ਨਹੀਂ, ਤੇ ਮੁੱਖ ਦੇ ਵਿੱਚੋਂ, ਕੰਠ ਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਬੋਲਿਆ ਨਹੀਂ ਜਾਂਦਾ। ਫਿਰ ਜਦੋਂ ਐਸੀ ਹਾਲਤ ਜੀਵ ਦੀ ਹੋ ਜਾਂਦੀ, ਜਿਹਨੂੰ ਆਪਾਂ ਕਹਿੰਦੇ ਸੰਸਾਰ 'ਚ ਵੀ ਮਰਨ ਕਿਨਾਰੇ ਪਿਆ, ਵੀ ਪਤਾ ਨਹੀਂ ਹੁਣ ਤਾਂ ਸਾਹਾਂ 'ਤੇ ਹੀ। ਜਿਹਨੇ ਫਿਰ ਪਹਿਲਾਂ ਸਿਮਰਨ ਨਹੀਂ ਕੀਤਾ, ਇਹ ਫਿਰ ਜਦੋਂ ਇਹ ਹਾਲਤ ਜੀਵ ਦੀ ਹੁੰਦੀ, ਫਿਰ ਮਹਾਰਾਜ ਕਹਿੰਦੇ ਵੀ ਹੁਣ ਦੱਸ, ਹੁਣ ਕੀ ਕਰੇਂਗਾ? ਵੀ ਹੁਣ ਦੇਖ ਤੇਰੀ ਕੀ ਹਾਲਤ ਹੋ ਗਈ। ਨੈਣੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਬਾਨੀ, ਔਰ ਉਹਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਣੀ। ਵੀ ਹੁਣ ਆਪ ਮਹਾਰੇ ਦਰੀਆਂ ਅੱਖਾਂ 'ਚੋਂ ਨੀਰ ਵਗੀ ਜਾਂਦਾ, ਪਾਣੀ ਨਿਕਲੀ ਜਾਂਦਾ, ਤੇ ਕੇਸ ਜਿਹੜੇ ਦੁੱਧ ਵਰਗੇ ਚਿੱਟੇ ਹੋ ਗਏ। ਕੰਨਾਂ ਤੋਂ ਤੈਨੂੰ ਸੁਣਦਾ ਕੋਈ ਨਹੀਂ, ਤੇ ਮੁੱਖ 'ਚੋਂ, ਕੰਠ 'ਚੋਂ ਤੇ ਤੋਂ ਬੋਲਿਆ ਨਹੀਂ ਜਾਂਦਾ, ਤੇਰੀ ਆਵਾਜ਼ ਨਹੀਂ ਨਿਕਲਦੀ ਹੁਣ। ਸੋ ਇਸ ਹਾਲਤ ਦੇ ਵਿੱਚ ਫਿਰ ਜੀਵ ਆਖੇ ਵੀ ਮੈਂ ਹੁਣ ਸਿਮਰਨ ਕਰਾਂਗਾ, ਤੇ ਜਿਹਨੇ ਪਹਿਲਾਂ ਨਹੀਂ ਕੀਤਾ ਉਹਨੂੰ ਇਹ ਹਾਲਤ 'ਚ ਕਿੱਥੋਂ ਹੋਏਗਾ। ਤੇ ਜਿਹੜੇ ਗੁਰਮੁਖ ਪਹਿਲਾਂ ਸਿਮਰਨ ਕਰਦੇ, ਉਹਨਾਂ ਦੇ ਹਿਰਦੇ 'ਚ ਵਸ ਜਾਂਦਾ, ਤੇ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ ਉਹਨਾਂ ਨੂੰ ਭੁੱਲਦਾ ਹੀ ਨਹੀਂ, ਚਾਹੇ ਸਰੀਰ ਦੀ ਜੋ ਵੀ ਹਾਲਤ ਹੋ ਜੇ। ਜੇ ਸਾਡੇ ਹਿਰਦੇ 'ਚ ਵਸਿਆ ਹੋਇਆ, ਫਿਰ ਸਾਨੂੰ ਭੁੱਲਣਾ ਨਹੀਂ, ਸਾਨੂੰ ਵਿਸਰਨਾ ਨਹੀਂ। ਆਈਆਂ ਫਿਰ ਸਾਨੂੰ ਸਮਝਾਉਂਦੇ ਬਈ ਹਿਰਦੇ ਵਿੱਚ ਫੇਰ ਹੀ ਵਸੇਗਾ ਜੇ ਅਸੀਂ ਪਹਿਲਾਂ ਬੋਲ ਕੇ ਕਰਾਂਗੇ। ਜਿਵੇਂ ਹੁਣ ਸੰਸਾਰ ਦੀਆਂ ਆਵਾਜ਼ਾਂ, ਦੁਨਿਆਵੀ ਗੱਲਾਂ, ਇਹ ਅਸੀਂ ਸੁਣ ਸੁਣ ਕੇ ਆਪਣੇ ਮਨ ਦੇ ਵਿੱਚ ਵਸਾ ਲਈਆਂ, ਸਾਡੇ ਹਿਰਦੇ 'ਚ ਵਸ ਗਈਆਂ। ਔਰ ਇਸੇ ਤਰ੍ਹਾਂ ਹੀ ਫਿਰ ਅਸੀਂ ਇਹ ਸਿਮਰਨ ਬੋਲ ਬੋਲ ਕੇ ਜਦੋਂ ਕਰਾਂਗੇ, ਤੇ ਸਾਡੇ ਮਨ ਤੋਂ ਪਹਿਲਾਂ ਤਾਂ ਮੈਲ ਉਤਰੇਗੀ। ਫਿਰ ਜਿਉਂ-ਜਿਉਂ ਅਸੀਂ ਅਭਿਆਸ ਕਰਦੇ ਜਾਵਾਂਗੇ, ਮਨ ਨਿਰਮਲ ਹੋ ਜਾਏਗਾ, ਤੇ ਜਦੋਂ ਨਿਰਮਲ ਹੋ ਗਿਆ ਸਾਡੇ ਹਿਰਦੇ 'ਚ ਵਸ ਜੀ। ਮਹਾਰਾਜ ਇਸ ਲਈ ਫਿਰ ਸਾਨੂੰ ਕਹਿੰਦੇ ਵੀ ਬੋਲੋ,
ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਵੀ ਗੁਰਸਿੱਖੋ ਬੋਲੋ, ਬੋਲਣਾ ਕੀ ਵੀ ਮਾਲਕ ਦਾ ਸਿਮਰਨ ਕਰੋ, ਵਾਹਿਗੁਰੂ ਬੋਲੋ। ਜਦੋਂ ਬੋਲਾਂਗੇ ਤੇ ਕਹਿੰਦੇ ਪਾਪਾਂ ਦੀ ਮੈਲ ਉਤਰ ਜੇਗੀ ਸਾਡੇ ਜਿਹੜੇ ਮਨ ਦੇ ਉੱਤੇ ਲੱਗੀ ਹੋਈ। ਜਦੋਂ ਸਾਡੇ ਮਨ ਤੋਂ ਮੈਲ ਉਤਰੇਗੀ ਫਿਰ ਅਸੀਂ ਆਪਦੇ ਬਾਰੇ ਸੋਚਾਂਗੇ। ਹੁਣ ਜੀਵ ਆਪਦੇ ਬਾਰੇ ਨਹੀਂ ਸੋਚਦਾ। ਇਹ ਸੰਸਾਰ ਦੇ ਵਿੱਚ ਜਿਹੜਾ ਇਹ ਸਰੀਰ ਦ੍ਰਿਸ਼ਟਮਾਨ, ਜਿਹੜੀ ਕਿ ਮਾਇਆ ਹੈ, ਜਿਹੜਾ ਨਾਸਵਾਨ, ਇਹਦੇ ਬਾਰੇ ਹੀ ਸੋਚੀ ਜਾਂਦਾ ਵੀ ਇਹਨੂੰ ਮੈਂ ਸਰੀਰ ਨੂੰ ਕਿਵੇਂ ਪਾਲਣਾ, ਇਹਦੇ ਵਾਸਤੇ ਕਿਵੇਂ ਧਨ ਇਕੱਠਾ ਕਰਨਾ, ਇਹਦੇ ਵਾਸਤੇ ਕਿਵੇਂ ਸੰਸਾਰ ਦੇ ਵਿੱਚ ਸੁੱਖ ਸਹੂਲਤਾਂ ਇਕੱਠੀਆਂ ਕਰਨੀਆਂ। ਇਹ ਸਾਰੀ ਭੱਜ ਦੌੜ ਇਹ ਮਾਇਆ ਕਰਕੇ, ਸਰੀਰ ਕਰਕੇ। ਹੁਣ ਜਦੋਂ ਫਿਰ ਸਾਡਾ ਮਨ ਨਿਰਮਲ ਹੋ ਜਾਏਗਾ ਫਿਰ ਅਸੀਂ ਆਪਦੇ ਬਾਰੇ ਸੋਚਾਂਗੇ, ਆਪਦੇ ਵਾਸਤੇ ਕਰਾਂਗੇ। ਔਰ ਤਾਂ ਫਿਰ ਜਦੋਂ ਜੀਵ ਭਰਮ ਦੇ ਵਿੱਚ ਹੁੰਦਾ ਉਹਨੂੰ ਐਸਾ ਰੋਗ ਲੱਗਦਾ ਤ੍ਰਿਸ਼ਨਾ ਦਾ ਵੀ ਉਹਨੇ ਮਨ ਦੇ ਵਿੱਚੋਂ ਮਰਨਾ ਹੀ ਵਿਸਾਰ ਛੱਡੀ, ਵੀ ਉਹਨੂੰ ਮੌਤ ਚੇਤੇ ਹੀ ਨਹੀਂ ਆਉਂਦੀ ਵੀ ਮੈਂ ਇੱਥੋਂ ਜਾਣਾ ਵੀ ਸੰਸਾਰ ਦੇ ਵਿੱਚ। ਮਹਾਰਾਜ ਤਾਂਹੀਓ ਫਰਮਾਉਂਦੇ ਇਹੋ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੀ ਐਸਾ ਤ੍ਰਿਸ਼ਨਾ ਦਾ ਰੋਗ ਲੱਗਾ ਵੀ ਮਰਨਾ ਹੀ ਭੁੱਲ ਛੱਡੀ, ਮਰਨਾ ਹੀ ਵਿਸਾਰ ਦਿੱਤਾ ਵੀ ਅਸੀਂ ਇੱਥੋਂ ਜਾਣਾ ਵੀ ਸੰਸਾਰ ਦੇ ਵਿੱਚ। ਹੁਣ ਜਦੋਂ ਜੀਵ ਮਰਨਾ ਵਿਸਾਰ ਦਿੰਦਾ ਫਿਰ ਇੱਧਰ ਦੁਬਦਾ ਦੇ ਵਿੱਚ ਪਿਆ ਹੋਇਆ, ਆਸ਼ਾ ਅਭਿਲਾਸ਼ਾਵਾਂ ਦੇ ਵਿੱਚ, ਤ੍ਰਿਸ਼ਨਾਵਾਂ ਦੇ ਵਿੱਚ ਚੱਲਦਾ। ਫਿਰ ਉਹਨੂੰ ਚਿੰਤਾ ਹੀ ਬਾਜ ਪੈਂਦੀ ਵੀ ਉਹਨੂੰ ਮਰਨਾ ਤਾਂ ਚੇਤੇ ਵੀ ਨਹੀਂ ਹੁੰਦਾ, ਉਹਨੂੰ ਤਾਂ ਇਹਦੇ ਚੇਤੇ ਵੀ ਨਹੀਂ ਹੁੰਦਾ ਵੀ ਮੈਨੂੰ ਮੌਤ ਆ ਜਾਣੀ। ਮਹਾਰਾਜ ਫਿਰ ਉਦਾਹਰਨ ਦਿੰਦੇ ਵੀ ਜਿਵੇਂ ਦਰਿਆ ਦੇ ਕੰਢੇ ਬੰਗਲਾ, ਉਹ ਬੈਠਾ ਕੀਲ ਕਰਦਾ, ਹੁਣ ਉਹਨੂੰ ਚਿੰਤਾ ਹੀ ਬਾਜ ਪੈ ਜਾਂਦੀ। ਤੇ ਜਦੋਂ ਬਾਜ ਪੈਂਦੇ ਜਿਹੜੀਆਂ ਕੇਲਾਂ ਸੀ ਉਹ ਵਿਸਰ ਜਾਂਦੀ, ਭੁੱਲ ਗਈਆਂ। ਫਿਰ ਉਹ ਗੱਲਾਂ ਹੁੰਦੀਆਂ ਜਿਹੜੀਆਂ ਉਹਦੇ ਮਨ ਚਿੱਤ 'ਚ ਵੀ ਨਹੀਂ ਹੁੰਦੀਆਂ, ਜਿਹੜੀਆਂ ਉਹਨੇ ਸੋਚੀਆਂ ਵੀ ਨਹੀਂ ਹੁੰਦੀਆਂ ਕਿੱਥੇ। ਮਹਾਰਾਜ ਇਸ ਲਈ ਫਰਮਾਉਂਦੇ ਫਰੀਦਾ ਦਰਿਆਵੇ ਕੰਢੇ ਬਗਲਾ, ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਚਿੰਤੇ ਬਾਜ ਪਈ। ਬਾਜ ਪਈ ਤੇ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਬਈ ਜਿਹੜੀਆਂ ਮਨਮੁਖ ਦੇ ਤਾਂ ਮਨ ਚਿੱਤ ਵੀ ਨਹੀਂ ਹੁੰਦੀ, ਉਹਨੂੰ ਤਾਂ ਚੇਤੇ ਵੀ ਨਹੀਂ ਹੁੰਦਾ, ਮਰਨਾ ਭੁੱਲੇ ਹੀ ਹੁੰਦਾ। ਫਿਰ ਉਦੋਂ ਕਹਿੰਦੇ ਵੀ ਚਿੰਤਾ ਹੀ ਬਾਜ ਪਏਗੀ। ਤੇ ਫਿਰ ਅੱਗੇ ਉਹਦੀ ਹਾਲਤ ਕੀ ਹੁੰਦੀ, ਫਿਰ ਉਹ ਜ਼ਿਆਦਾ ਉਹ ਜਾਣਦਾ ਹੈ ਕਿਉਂਕਿ ਜਿਹਦੇ ਨਾਲ ਬੀਤਦੀ ਹੈ ਉਹਨੂੰ ਪਤਾ ਵੀ ਕੀ ਬੀਤੀ। ਜਾਂ ਫਿਰ ਉਹ ਗੁਰਮੁਖ ਜਾਣਦੇ ਜਿਨ੍ਹਾਂ ਨੇ ਜਾਗੇ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਹੋਈ, ਜਿਨ੍ਹਾਂ ਨੇ ਜਾ ਕੇ ਦੇਖੇ, ਫਿਰ ਉਹ ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸਦੇ ਜਿਹੜੇ ਜਾਗੇ ਉਹਨਾਂ ਨੇ ਦੇਖਿਆ ਤੇ ਦੇਖ ਕੇ ਦੱਸਿਆ ਵੀ ਅੱਗੇ ਕੀ ਹਾਲਤ ਹੁੰਦੀ। ਹੁਣ ਸੰਸਾਰ ਦੇ ਵਿੱਚ ਜਿਹੜਾ ਜੀਵ ਚਲਾ ਜਾਂਦਾ ਉਹ ਵਾਪਸ ਨਹੀਂ ਆਉਂਦਾ, ਤੇ ਉਹ ਆ ਕੇ ਦੱਸਦਾ ਨਹੀਂ ਸਾਨੂੰ ਵੀ ਮੇਰੇ ਨਾਲ ਕੀ ਹਾਲਤ ਹੋਈ ਅੱਗੇ। ਬਈ ਜਦੋਂ ਮੈਂ ਦੇਹ ਛੱਡੀ, ਜਦੋਂ ਮੈਂ ਮਰਿਆ, ਮੈਨੂੰ ਤਾਂ ਚੇਤੇ ਵੀ ਨਹੀਂ ਸੀ, ਤੇ ਮਰਨ ਤੋਂ ਬਾਅਦ ਫਿਰ ਕੀ ਹੋਇਆ ਅੱਗੇ। ਹੁਣ ਉਹ ਨਾ ਦਾ ਕੋਈ ਦੱਸਣ ਆਉਂਦਾ ਤੇ ਨਾ ਹੀ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਵੀ ਉਹਦੇ ਨਾਲ ਅੱਗੇ ਗਿਆ ਕਿੱਥੇ ਹੁਣ ਤੇ ਕੀ ਉਹਦੇ ਨਾਲ ਬੀਤੀ। ਹੁਣ ਜ਼ਿਆਦਾ ਕੋਈ ਜਿਉਂਦੇ ਜੀ ਮਰਿਆ ਹੋਵੇ ਤੇ ਮਰਨ ਤੋਂ ਬਾਅਦ ਫਿਰ ਜਿਉਂਦਾ ਹੋਇਆ ਹੋਵੇ, ਫਿਰ ਉਹ ਆਪਾਂ ਨੂੰ ਦੱਸ ਸਕਦਾ ਵੀ ਅੱਗੇ ਕੀ ਹੁੰਦਾ। ਔਰ ਜਿਹੜੇ ਗੁਰਮੁਖ ਉਹ ਮਰ ਜੀਵੜੇ ਹੁੰਦੇ, ਉਹਨਾਂ ਨੇ ਜਿਉਂਦੇ ਜੀ ਮਰਨਾ ਸਿੱਖਿਆ, ਪਹਿਲਾਂ ਮਰੇ
ਤੇ ਫਿਰ ਮਰਨ ਤੋਂ ਬਾਅਦ ਫਿਰ ਜਿਉਂਦੇ ਹੋਏ। ਮਾਲਕ ਨੇ ਉਹਨਾਂ ਨੂੰ ਦੁਬਾਰਾ ਫਿਰ ਜਿਉਂਦੇ ਕਰ ਦਿੱਤਾ ਤੇ ਫਿਰ ਉਹ ਆਪ ਨੂੰ ਦੱਸਦੇ ਵੀ ਅੱਗੇ ਕੀ ਹੁੰਦਾ। ਹੁਣ ਇਸ ਵਾਸਤੇ ਫਿਰ ਸਮਝਾਉਂਦੇ ਸੱਚੇ ਪਾਤਸ਼ਾਹ ਸਾਨੂੰ ਵੀ ਤੁਸੀਂ ਮਰਨਾ ਨਾ ਭੁੱਲੋ, ਤੁਸੀਂ ਮਰਨਾ ਚੇਤੇ ਰੱਖੋ। ਜੇ ਅਸੀਂ ਮਰਨਾ ਚੇਤੇ ਰੱਖਾਂਗੇ ਫਿਰ ਅਸੀਂ ਇਹ ਝੂਠੀ ਦੁਨੀਆ ਨਾਲ ਇੰਨਾ ਨਹੀਂ ਵੱਜਦੇ ਵੀ ਅਸੀਂ ਇੱਥੋਂ ਵਾਪਸ ਦੁਬਾਰਾ ਜਾ ਹੀ ਨਾ ਸਕੀਏ। ਮਹਾਰਾਜ ਤਾਂਹੀਓ ਫਰਮਾਉਂਦੇ ਜੇ ਜਾਣਾ ਮਰ ਜਾਈਏ ਘੁੰਮ ਨਾ ਆਈਏ, ਝੂਠੀ ਦੁਨੀਆ ਲਾਗਣ ਆਪ ਭੰਜਾਈਏ। ਵੀ ਜੇ ਅਸੀਂ ਇਹ ਜਾਣ ਲਈਏ ਵੀ ਅਸੀਂ ਤਾਂ ਇੱਥੋਂ ਚਲੇ ਹੀ ਜਾਣਾ ਸੀਗਾ ਤੇ ਸਦਾ ਬੈਠੇ ਰਹਿਣਾ, ਫਿਰ ਅਸੀਂ ਇਹ ਦੁਨੀਆ, ਇਹ ਸੰਸਾਰ, ਇਹ ਮਾਇਆ ਦੇ ਨਾਲ ਇੰਨਾ ਮੋਹ ਨਹੀਂ ਪਾਉਂਦੇ ਵੀ ਅਸੀਂ ਇੱਥੋਂ ਵਾਪਸ ਜਾ ਹੀ ਨਾ ਸਕੀਏ। ਹੁਣ ਜਦੋਂ ਜੀਵ ਮਰਨਾ ਭੁੱਲ ਜਾਂਦਾ, ਉਹਨੂੰ ਚੇਤੇ ਨਹੀਂ ਵਿਸਾਰ ਦਿੰਦਾ, ਤੇ ਫਿਰ ਉਹ ਇੰਨਾ ਇੱਧਰ ਮਾਇਆ ਦੇ ਵਿੱਚ ਵੱਜ ਜਾਂਦਾ ਵੀ ਮੈਂ ਕਿਹੜਾ ਇੱਥੋਂ ਜਾਣਾ ਵਾਪਸ, ਭੁੱਲ ਜਾਂਦਾ ਮਰਨਾ। ਜਦੋਂ ਮਰਨਾ ਭੁੱਲ ਜਾਂਦਾ ਤੇ ਫਿਰ ਦੂਸਰਿਆਂ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੰਦਾ, ਦੂਸਰਿਆਂ ਦੀ ਮਰਾਈ ਸ਼ੁਰੂ ਕਰ ਦਿੰਦਾ। ਫਿਰ ਉਹ ਜੀਵਨ ਦੀ ਬਾਜੀ ਨੂੰ ਹਾਰਦਾ, ਦੁਵਿਧਾ ਦੇ ਵਿੱਚ ਪੈ ਕੇ। ਕਿਉਂਕਿ ਜਦੋਂ ਅਸੀਂ ਇਸ ਲੋਕ 'ਚ ਆਏ, ਸਾਨੂੰ ਪਰਲੋਕ 'ਚੋਂ ਭੇਜਿਆ ਹੁੰਦਾ ਦਰਗਾਹ ਦੇ ਵਿੱਚ। ਦਰਗਾਹ ਦੇ ਵਿੱਚ ਸਭ ਤੋਂ ਪਹਿਲਾਂ ਹੀ ਮਰਨ ਲਿਖਾ ਲਿਆ ਜਾਂਦਾ ਵੀ ਤੁਸੀਂ ਜਿੱਥੇ ਚੱਲੇ ਹੋ, ਤੁਹਾਨੂੰ ਭੇਜਣ ਲੱਗੇ ਉਹ ਮਾਤ ਲੋਕ ਹੈ, ਮਿਰਤ ਮੰਡਲ। ਜੇ ਤੁਸੀਂ ਉਹ ਮਿਰਤ ਮੰਡਲ 'ਚ ਜਾ ਕੇ ਆਖੋ ਵੀ ਸਾਡਾ ਸਮਾਂ ਵਧਾ ਦਿਓ ਜੀ, ਸਮਾਂ ਵਧੇਗਾ ਨਹੀਂ। ਜੇ ਤੁਸੀਂ ਆਖੋ ਵੀ ਉਮਰ ਵਧਾ ਦਿਓ, ਵਧੇਗੀ ਨਹੀਂ। ਜੇ ਤੁਸੀਂ ਉੱਥੇ ਜਾ ਕੇ ਆਖੋ ਵੀ ਮੇਰੀ ਉਮਰ ਘਟਾ ਦਿਓ, ਉਹ ਘਟੇਗੀ ਵੀ ਨਹੀਂ, ਕਿਉਂਕਿ ਤੈਨੂੰ ਸਮਾਂ ਜਿਹੜਾ ਉਹ ਗਿਣਤੀ ਦਾ ਦਿੱਤਾ। ਮਾਰੇ ਫਰਮਾਉਂਦੇ ਗਣ ਘਾਲੇ ਸਭ ਦਿਵਸਾਸ ਨੇ ਬੜਨ ਘਟਣ ਤਿਲ ਸਾਰ। ਵੀ ਉੱਥੇ ਜਾ ਕੇ ਇੱਕ ਤਿਲ ਮਾਤਰ ਵੀ ਤੇਰਾ ਜਿਹੜਾ ਉਹ ਵਧੇ ਘਟੇਗਾ ਨਹੀਂ ਸਵਾਸ। ਹੁਣ ਸਾਤੋਂ ਫਿਰ ਮਰਨ ਲਿਖਾ ਲੈਂਦੇ ਵੀ ਜੇ ਤੁਸੀਂ ਉੱਥੇ ਜਿੱਥੇ ਤੁਹਾਨੂੰ ਭੇਜਣ ਲੱਗਿਆ ਆਖੋ ਵੀ ਅਸੀਂ ਉੱਥੇ ਜਾ ਕੇ ਸਦਾ ਰਹਿਣਾ, ਸਦਾ ਨਹੀਂ ਰਹਿ ਸਕਦੇ। ਜਿੰਨਾ ਸਮਾਂ ਦਿੱਤਾ, ਸਮੇਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਘਰ ਦੇ ਵਿੱਚ ਆਉਣ ਜਾਣ ਬਣਾ ਲੈਣਾ ਤੇ ਵਾਪਸ ਆ ਜਾਣਾ। ਸਾਨੂੰ ਕਹਿੰਦੇ ਵੀ ਲਿਖੋ, ਉਹ ਅਸੀਂ ਪਹਿਲਾਂ ਮਰਨ ਲਿਖਾ ਕੇ ਫਿਰ ਇੱਥੇ ਆਉਂਦੇ। ਮਾਰੇ ਫਰਮਾਉਂਦੇ ਮਰਨ ਲਿਖਾਏ ਮੰਡਲ ਮੇ ਆਏ, ਵੀ ਮਰਨ ਲਿਖਾ ਕੇ ਫਿਰ ਮਿਰਤ ਮੰਡਲ 'ਚ ਆ ਗਈ ਤੇ ਜਨਮ ਮਿਲ ਗਿਆ ਪਦਾਰਥ ਦੇ ਰੂਪ ਦੇ ਵਿੱਚ ਮਾਨਸ ਜਾਮਾ। ਹੁਣ ਇਹ ਮਾਨਸ ਜਾਮੇ ਨੂੰ, ਪਦਾਰਥ ਨੂੰ ਫਿਰ ਜੀਵ ਵਿਅਰਥ ਕਿਵੇਂ ਗਵਾਉਂਦਾ। ਮਾਰੇ ਕਹਿੰਦੇ ਜਨਮ ਪਦਾਰਥ ਦੁਵਿਧਾ ਖੂਵੇ, ਆਪ ਨਾ ਚੀਨਸ ਭਰਮ ਭਰਮ ਰੂਵੇ। ਵੀ ਜਨਮ ਪਦਾਰਥ ਦੇ ਰੂਪ ਦੇ ਵਿੱਚ ਮਿਲ ਗਿਆ, ਪਰ ਇਹਨੂੰ ਦੁਵਿਧਾ ਦੇ ਵਿੱਚ ਖਰਾਬ ਕਰ ਦਿੱਤਾ ਪੈ ਕੇ। ਦੁਵਿਧਾ ਦੇ ਵਿੱਚ ਪਏ ਹੋਇਆਂ ਨੇ ਆਪਣੇ ਆਪੇ ਨੂੰ ਚੀਨਿਆ ਨਹੀਂ, ਆਪਣੇ ਆਪੇ ਦੀ ਪਹਿਚਾਣ ਨਹੀਂ ਕੀਤੀ ਵੀ ਮੈਂ ਕੌਣ ਹਾਂ, ਮੇਰਾ ਅਸਲ ਸਰੂਪ ਕੀ ਹੈ। ਪਹਿਚਾਣ ਨਹੀਂ ਕੀਤੀ ਤੇ ਸਮਾਂ ਖਤਮ ਹੋ ਗਿਆ। ਜਦੋਂ ਫਿਰ ਸਾਡਾ ਸਮਾਂ ਖਤਮ ਹੋ ਜਾਂਦਾ, ਸਮਝ ਲਓ ਵੀ ਸਾਡੀ ਵਾਰੀ ਲੰਘ ਗਈ। ਜਿਹੜਾ ਸਾਨੂੰ ਮੌਕਾ ਦਿੱਤਾ ਸੀ, ਵਾਰੀ ਦਿੱਤੀ ਸੀ, ਜਿਹਦੇ ਵਿੱਚ ਰਹਿੰਦੇ ਰਹਿੰਦੇ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਸਕਦੇ ਸੀ। ਅਸੀਂ ਪਰਮਾਤਮਾ ਨਿਰੰਕਾਰ ਵਾਹਿਗੁਰੂ ਦੀ ਪਹਿਚਾਣ ਕਰ ਸਕਦੇ ਸੀ, ਉਹਦੇ ਨਾਲ ਮਿਲਾਪ ਕਰ ਸਕਦੇ ਸੀ। ਸਾਨੂੰ ਇਹ ਵਾਰੀ ਮਿਲੀ ਸੀ। ਮਹਾਰਾਜ ਫਰਮਾਉਂਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਬਈ ਗੋਬਿੰਦ ਪਰਮਾਤਮਾ ਨੂੰ ਮਿਲਣ ਦੀ ਸਾਨੂੰ ਇਹ ਵਾਰੀ ਮਿਲੀ ਸੀ। ਤੇ ਵਾਰੀ ਉਹਨਾਂ ਸਮਾਂ ਸੀ ਜਿੰਨਾ ਸਮਾਂ ਸਵਾਸ ਚੱਲ ਰਹੀ ਸੀ। ਜਦੋਂ ਸਵਾਸ ਖਤਮ ਹੋ ਗਏ, ਸਮਝ ਲਓ ਵਾਰੀ ਵੀ ਖਤਮ ਹੋ ਗਈ, ਵਾਰੀ ਲੰਘ ਗਈ। ਫਿਰ ਫੈਸਲਾ ਹੁਣ
ਬਈ ਜਿਸ ਮਕਸਦ ਵਾਸਤੇ ਸਾਨੂੰ ਇਹ ਮਾਨਸ ਜਾਮਾ ਦਿੱਤਾ ਸੀ, ਉਹ ਮਕਸਦ ਨੂੰ ਪੂਰਾ ਕੀਤਾ ਕਿ ਨਹੀਂ ਕੀਤਾ। ਫਿਰ ਜਦੋਂ ਜੀਵ ਦਾ ਸਮਾਂ ਖਤਮ ਹੁੰਦਾ ਤੇ ਸਾਰੀ ਉਮਰ ਉਹਨੇ ਸੁੱਤੇ ਨੇ ਲੰਘਾ ਲਈ, ਜਾਗੇ ਹੀ ਨਹੀਂ। ਬੜਾ ਉਹ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਇਹ ਮਾਇਆ ਦੇ ਵਿੱਚ, ਗਹਿਰੀ ਨੀਂਦ ਦੇ ਵਿੱਚ ਸੁੱਤਾ ਰਿਹਾ। ਸਾਰੀ ਉਮਰ ਸੁੱਤੇ ਨਹੀਂ ਲੰਘਾ ਦਿੱਤੀ, ਜਾਗਿਆ ਨਹੀਂ। ਤੇ ਜਿਹੜੀ ਉਮਰ ਸੀ ਰਹਿਣ, ਰਾਤ ਸਾਰੀ ਉਹ ਬੀਤ ਗਈ। ਫਿਰ ਜਦੋਂ ਰਾਤ ਬੀਤ ਗਈ, ਸਮਾਂ ਖਤਮ ਹੋਇਆ ਤੇ ਦੂਤਾਂ ਨੇ ਜਗਾ ਲਿਆ। ਫਿਰ ਜਦੋਂ ਦੂਤਾਂ ਨੇ ਜਗਾਇਆ ਤੇ ਫਿਰ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ। ਇਹ ਜਿਹੜਾ ਜਾਗਤ, ਫਿਰ ਇਹਨੂੰ ਸੁਪਨਾ ਕਹਿੰਦੇ। ਜਿਵੇਂ ਆਪਾਂ ਰਾਤ ਨੂੰ ਸੁੱਤੇ ਹੋਏ ਸੁਪਨਾ ਦੇਖਦੇ ਹਾਂ ਤੇ ਜਦੋਂ ਆਪਾਂ ਜਾਗ ਪੈਂਦੇ ਹਾਂ, ਉਹ ਸੁਪਨਾ ਖਤਮ ਹੋ ਜਾਂਦਾ, ਟੁੱਟ ਜਾਂਦਾ। ਹੁਣ ਇਸੇ ਤਰ੍ਹਾਂ ਹੀ ਇਹ ਸਾਡਾ ਮਨ ਜਦੋਂ ਸੁੱਤਾ ਰਹਿੰਦਾ ਤੇ ਜਦੋਂ ਫਿਰ ਅੰਤ ਸਮਾਂ ਆਉਂਦਾ, ਸੁੱਤੇ ਹੋਏ ਨੂੰ ਜਮ ਜਗਾਉਂਦੇ ਤੇ ਫਿਰ ਇਹਨੂੰ ਪਤਾ ਲੱਗਦਾ ਵੀ ਇਹ ਤਾਂ ਮੈਂ ਸੁਪਨਾ ਦੇਖ ਰਿਹਾ ਸੀ। ਇਸ ਅਵਸਥਾ 'ਚ ਮਾਰੇ ਫਰਮਾਉਂਦੇ, ਜੈਸਾ ਸੁਪਨਾ ਰਹਿਣ ਕਾ ਤੈਸੋ ਇਹ ਸੰਸਾਰ। ਵੀ ਜਿਵੇਂ ਰਾਤ ਦਾ ਸੁਪਨਾ ਸੀ, ਜਦੋਂ ਸਵੇਰ ਹੋਈ ਜਾਗੇ ਤੇ ਉਹ ਸੁਪਨਾ ਖਤਮ ਹੋ ਗਿਆ। ਹੁਣ ਇਸੇ ਤਰ੍ਹਾਂ ਹੀ ਜੀਵ ਦੀ ਸਾਰੀ ਉਮਰ ਇਹ ਸੁਪਨੇ ਵਾਂਗੂ ਲੰਘ ਜਾਂਦੀ। ਫਿਰ ਜਦੋਂ ਜਾਗਦਾ ਉਦੋਂ ਕਹਿੰਦੇ, ਜਗ ਸੁਪਨਾ ਬਾਜੀ ਬਣੀ, ਖੈਨਵੇਂ ਖੇਲ ਖਲਾਈ, ਸੰਜੋਗੀ ਮਿਲੇ ਕਿਸੇ ਵਿਜੋਗੀ ਉੱਠ ਜਾਏ। ਬਈ ਅਸੀਂ ਇਹ ਸੁਪਨੇ ਨੂੰ ਹੀ ਸੱਚ ਕਰਕੇ ਮਰਨੀ ਰੱਖਿਆ। ਵੀ ਸੁਪਨੇ ਦੇ ਵਿੱਚ ਕੋਈ ਮਾਂ ਬਣਿਆ ਸੀ, ਕੋਈ ਪਿਓ ਸੀ, ਕੋਈ ਪੁੱਤਰ ਸੀ, ਕੋਈ ਧੀ ਸੀ, ਕੋਈ ਔਰਤ ਮਰਦ ਬਣੇ ਹੋਏ ਸੀ, ਭੈਣ ਭਰਾ ਬਣੇ ਹੋਏ ਸੀ। ਸੁਪਨਾ ਸੀ। ਜਦੋਂ ਅੱਖ ਖੁੱਲ੍ਹੀ, ਸੁਪਨਾ ਟੁੱਟ ਗਿਆ ਤੇ ਸਾਰੀ ਪਾਸੇ ਹਟ ਗਈ, ਖਤਮ ਹੋ ਗਿਆ ਸੁਪਨਾ। ਮਹਾਰਾਜ ਇਸ ਲਈ ਫਿਰ ਕਹਿੰਦੇ ਵੀ ਜਿਹੜਾ ਤਾਂ ਝੂਠ ਹੈ ਸੁਪਨਾ, ਮਨਮੁਖ ਜੀਵੇ ਸੁਪਨੇ ਨੂੰ ਸੱਚ ਕਰਕੇ ਮੰਨਦਾ। ਜਿਹੜਾ ਸੱਚ ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਹ ਸੱਚ ਨੂੰ ਭੁੱਲ ਗਿਆ, ਸੱਚ ਨੂੰ ਵਿਸਾਰੀ ਦਿੱਤਾ। ਮਹਾਰਾਜ ਇਸ ਲਈ ਫਰਮਾਉਂਦੇ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨੰਗ, ਸਾਜ ਕਰ ਹਮ ਕਾਠ ਦੀਨੀ ਛੋੜ ਪਰਮ ਨਿਧਨ। ਬਈ ਸਾਡੇ ਮਨ ਨੇ ਇਹ ਸੁਪਨੇ ਨੂੰ ਸੱਚ ਕਰਕੇ ਮੰਨਿਆ ਹੋਇਆ ਸੀ। ਜਦੋਂ ਫਿਰ ਦਿੱਤਾ ਹੋਇਆ ਸਮਾਂ ਖਤਮ ਹੁੰਦਾ ਤੇ ਮਨ ਜਾਗ ਪੈਂਦਾ। ਜਦੋਂ ਮਨ ਨੂੰ ਜਗਾਉਂਦੇ ਤੇ ਜਗਾਉਂਦੇ ਕਿਵੇਂ, ਸਿਰ 'ਚ ਫਿਰ ਉਹ ਡੰਡਾ ਮਾਰਦੇ ਜਾਣ, ਕਿਉਂਕਿ ਆਪਦੇ ਆਪ ਤਾਂ ਜੀਵ ਜਾਗਦਾ ਨਹੀਂ। ਸੁੱਤਾ ਹੋਇਆ ਬੜੀ ਗਹਿਰੀ ਨੀਂਦ ਦੇ ਵਿੱਚ ਤੇ ਸੁਪਨੇ ਵਿੱਚ ਚੱਲ ਰਹੀ। ਫਿਰ ਜਮ ਨੇ ਜਿਹੜੇ, ਫਿਰ ਉਹ ਆ ਕੇ ਜਗਾਉਂਦੇ ਅੰਤ ਸਮੇਂ। ਮਾਰੇ ਫਰਮਾਉਂਦੇ, ਜਮ ਕੋ ਡੰਡ ਪੜਿਓ ਸਿਰ ਉੱਪਰ, ਤਬ ਸੋਵਤ ਜਾਗਿਓ, ਕਹਾਂ ਹੋ ਤਬ ਕੇ ਪਛਤਾਈ, ਛੂਟਤ ਨਾਹਿਨ ਭਾਗਿਓ। ਬਈ ਫਿਰ ਇਹ ਪਛਤਾਉਂਦਾ ਤੇ ਫਿਰ ਛੁੱਟ ਨਹੀਂ ਸਕਦਾ। ਪਹਿਲਾਂ ਜਦੋਂ ਸਮਾਂ ਸੀ, ਜਦੋਂ ਜਾਗ ਸਕਦਾ ਸੀ ਤੇ ਉਦੋਂ ਸੁੱਤਾ ਰਿਹਾ, ਉਦੋਂ ਜਾਗਿਆ। ਜਦੋਂ ਸਿਰ ਦੇ ਵਿੱਚ ਡੰਡਾ ਮਾਰਿਆ ਤੇ ਫਿਰ ਜਾਗਦਾ। ਮਹਾਰਾਜ ਇਸ ਲਈ ਫਰਮਾਉਂਦੇ, ਕਹਿਤ ਕਬੀਰ ਤਬ ਹੀ ਨਰ ਜਾਗੇ, ਜਮ ਕੋ ਡੰਡ ਮੂੰਡ ਮੈਂ ਲਾਗੇ। ਬਈ ਇਹ ਜਿਹੜਾ ਮਨ ਸਾਰੀ ਉਮਰ ਦਾ ਸੁੱਤਾ ਰਹਿੰਦਾ, ਜਦੋਂ ਜਮ ਸਿਰ 'ਚ ਡੰਡਾ ਮਾਰਦੇ ਫਿਰ ਜਾਗਦਾ ਤੇ ਫਿਰ ਪੁੱਛਦਾ ਵੀ ਮੈਂ ਕਿੱਥੇ ਹਾਂ। ਫਿਰ ਇਹਨੂੰ ਜਮ ਦੱਸਦੇ ਵੀ ਤੇਰਾ ਦਿੱਤਾ ਹੋਇਆ ਜਿਹੜਾ ਸਮਾਂ ਸੀ ਉਹ ਖਤਮ ਹੋ ਗਿਆ, ਹੁਣ ਤੂੰ ਸਾਡੇ ਕੋਲ। ਫਿਰ ਇਹ ਜਮਾਂ ਤੋਂ ਛੁੱਟ ਕੇ ਭੱਜ ਨਹੀਂ ਸਕਦਾ, ਫਿਰ ਇਹਨੂੰ ਛੱਡਦੇ। ਫਿਰ ਇਹੋ ਜਮਾਂ ਦਾ ਰੂਪ ਧਾਰਨ ਕਰ ਲੈਂਦੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ।
ਇਹੋ ਫਿਰ ਜੰਮ ਬਣ ਜਾਂਦੀ। ਜਿਹੜਾ ਤਾਂ ਲੋਭ ਉਹ ਪੈਰਾਂ ਦੇ ਵਿੱਚ ਬੇੜੀਆਂ ਬਣ ਕੇ ਪੈ ਜਾਂਦਾ ਹੈ, ਅਤੇ ਜਿਹੜਾ ਮੋਹ ਉਹ ਗਲ ਦੇ ਵਿੱਚ ਫਾਂਸੀ ਬਣ ਕੇ ਪੈ ਜਾਂਦੀ। ਇਹ ਜਿਹੜੇ ਫਿਰ ਤਿੰਨ ਹੁੰਦੇ ਕੁੱਟਣਾ ਸ਼ੁਰੂ ਕਰ ਦਿੰਦੇ। ਫਿਰ ਉਦੋਂ ਮਨ ਨੂੰ ਪਤਾ ਲੱਗਦਾ ਵੀ ਆਹ ਕੀ ਹੋ ਗਈ। ਇਸ ਅਵਸਥਾ 'ਚ ਫਿਰ ਕਹਿੰਦੇ ਵੀ ਉਹ ਜਿਹੜਾ ਬਗਲਾ ਕੇਲ ਕਰ ਰਿਹਾ ਸੀ, ਮੌਜਾਂ ਕਰ ਰਿਹਾ ਸੀ, ਅਤੇ ਉਹਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਬਈ ਅਚਾਨਕ ਹੀ ਜਿਹੜੇ ਜੰਮ ਪੈ ਗਏ ਅਤੇ ਜਮਾਂ ਨੇ ਕੁੱਟਣਾ ਸ਼ੁਰੂ ਕਰ ਦਿੱਤੇ। ਅਤੇ ਉਦੋਂ ਪਤਾ ਲੱਗਦਾ ਵੀ ਹੁਣ ਪੈ ਗਈ ਮੁਸੀਬਤ, ਹੁਣ ਆ ਗਈ ਔਖੀ ਘੜੀ। ਫਿਰ ਉਸ ਅਵਸਥਾ 'ਚ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਉਹਨਾਂ ਨੂੰ ਦਿਸਦਾ ਨਹੀਂ ਉਹ ਵੀ ਇਹ ਜਿਹੜਾ ਸਰੀਰ ਤਾਂ ਦੀਂਦਾ। ਸਰੀਰ ਦੇ ਕੋਲ ਬੈਠੇ ਤਾਂ ਵਿਰਾਗ ਕਰਦੇ ਰੋਂਦੇ ਨੇ, ਪਰ ਜਿਹੜਾ ਇਹਦੇ ਅੰਦਰ ਵੱਸਦਾ ਸੀ ਮਨ, ਜਿਹੜਾ ਬੋਲਦਾ ਸੀ, ਜਿਹੜਾ ਦੇਖਦਾ, ਜਿਹੜਾ ਸੁਣਦਾ ਸੀ, ਜਿਹੜਾ ਇਹਨੂੰ ਲੈ ਕੇ ਚੱਲ ਰਿਹਾ ਸੀ, ਉਹ ਹੁਣ ਕਿੱਥੇ ਚਲਾ ਗਿਆ ਉਹਦਾ ਭੇਦ ਨਹੀਂ ਕਿਸੇ ਨੂੰ, ਕਿਉਂਕਿ ਉਹਦੀ ਪਹਿਚਾਣ ਨਹੀਂ ਕੀਤੀ। ਫਿਰ ਉਦੋਂ ਇਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ। ਜੰਮ ਕੁੱਟਦੇ, ਉਹ ਸਾਹਮਣੇ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਅਤੇ ਉਹ ਦੇਖਦਾ, ਫਿਰ ਬੇਨਤੀਆਂ ਕਰਦਾ ਵੀ ਮੈਨੂੰ ਛਡਾਓ, ਮੇਰੀ ਮਦਦ ਕਰ। ਉਹ ਕੋਈ ਉਹਦੀ ਆਵਾਜ਼ ਨੂੰ ਸੁਣਦਾ ਹੀ ਨਹੀਂ, ਕਿਸੇ ਤੱਕ ਉਹਦੀ ਆਵਾਜ਼ ਪਹੁੰਚਦੀ ਹੀ ਨਹੀਂ। ਉਹ ਆਵਾਜ਼ਾਂ ਮਾਰਦਾ, ਚੀਕਾਂ ਮਾਰਦਾ, ਅਤੇ ਕੋਈ ਉਹਦੇ ਵੱਲ ਦੇਖਦਾ ਹੀ ਨਹੀਂ, ਕਿਉਂਕਿ ਕਿਸੇ ਨੂੰ ਨਜ਼ਰ ਹੀ ਨਹੀਂ ਆਉਂਦਾ, ਦਿਸਦਾ ਹੀ ਨਹੀਂ। ਫਿਰ ਉਦੋਂ ਮਨ ਜਿਹੜਾ ਪਛਤਾਉਂਦਾ, ਉਦੋਂ ਫਿਰ ਪਛਤਾਵੇ 'ਚ ਕਹਿੰਦਾ ਵੀ ਮੈਂ ਪਰਮਾਤਮਾ ਦਾ ਸਿਮਰਨ ਛੱਡ ਕੇ ਵੀ ਜਿਸ ਕੁਟੁੰਬ ਦੀ ਖਾਤਰ ਸਾਰੀ ਉਮਰ ਕਰਮ ਕਰਦਾ ਰਿਹਾ, ਜਿਹੜੇ ਕੁਟੁੰਬ ਨੂੰ ਪਾਲਦਾ ਰਿਹਾ, ਉਹ ਕੁਟੁੰਬ ਦੇ ਵਿੱਚੋਂ ਮੇਰਾ ਕਿਸੇ ਨੇ ਸਾਥ ਹੀ ਨਾ ਦਿੱਤਾ ਜਦੋਂ ਮੇਰੇ 'ਤੇ ਔਖੀ ਘੜੀ ਆਈ, ਜਦੋਂ ਮੁਸੀਬਤ ਪਈ। ਇਸ ਅਵਸਥਾ 'ਚ ਮਾਰੇ ਫਰਮਾਉਂਦੇ, ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੁੰਬ, ਧੰਦਾ ਕਰਦਾ ਰਹਿ ਗਿਆ ਭਾਈ ਰਿਹਾ ਨਾ ਬੰਝ। ਬਈ ਜਿਨ੍ਹਾਂ ਦੀ ਖਾਤਰ ਸਾਰੀ ਉਮਰ ਧੰਦ ਪਿੱਟਦਾ ਰਿਹਾ, ਅਤੇ ਉਹਨਾਂ ਦੇ ਵਿੱਚੋਂ ਕਿਸੇ ਨੇ ਅੱਗੇ ਸਾਰੀ ਨਾ ਲਈ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਗਿਆ ਕਿੱਥੇ। ਫਿਰ ਮਹਾਰਾਜ ਕਹਿੰਦੇ ਵੀ ਇਹ ਸਾਡੇ ਜੀਵਨ ਦਾ ਚੌਥਾ ਪਹਿਰ ਹੁੰਦਾ, ਵੀ ਜਿਹੜਾ ਚੌਥੇ ਪਹਿਰ ਦੇ ਵਿੱਚ ਖੇਤੀ ਪੱਕ ਗਈ ਅਤੇ ਇਹਨੂੰ ਵੱਢਣਾ ਹੁਣ। ਮਹਾਰਾਜ ਕਹਿੰਦੇ ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਲਾਵੀ ਆਇਆ ਖੇਤ, ਜਾਂ ਪਕੜ ਚਲਾਇਆ ਬਣ ਜਾ ਰਿਹਾ ਮਿੱਤਰ, ਕਿਸੇ ਨੂੰ ਮਿਲਿਓ ਭੇਤ। ਵੀ ਜਦੋਂ ਜਮਾਂ ਨੇ ਫੜ ਕੇ ਅੱਗੇ ਲਾ ਲਿਆ ਅਤੇ ਕਿਸੇ ਨੂੰ ਭੇਤ ਹੀ ਨਾ ਆਇਆ, ਚਾਹੇ ਉਹ ਪਰਿਵਾਰ ਦੇ ਮੈਂਬਰ ਸੀ, ਸੰਗੀ ਸਾਥੀ ਸੀ, ਕਿਸੇ ਨੂੰ ਨਾ ਪਤਾ ਲੱਗਿਆ ਵੀ ਕਿੱਥੇ ਲੈ ਗਏ। ਫਿਰ ਇਹ ਸਰੀਰ ਦੇ ਕੋਲ ਬੈਠੇ ਰੋਂਦੇ, ਅਤੇ ਮਹਾਰਾਜ ਕਹਿੰਦੇ ਸੰਸਾਰ ਦਾ ਰੋਣਾ ਵੀ ਝੂਠ। ਸਤਿਗੁਰੂ ਕਹਿੰਦੇ ਝੂਠਾ ਰੋਦਨ ਹੋਆ ਦਿਵਾਲੇ, ਖਿੰਨਵੇਂ ਭਇਆ ਪਰਾਇਆ। ਵੀ ਇੱਕ ਛਿਨ ਦੇ ਵਿੱਚ ਹੀ ਉਹ ਤਾਂ ਪਰਾਇਆ ਹੋ ਗਿਆ ਕਿ, ਅਤੇ ਜਿਹੜਾ ਰੋਂਦੇ ਕਹਿੰਦੇ ਝੂਠਾ ਰੋਂਦੇ, ਕਿਉਂਕਿ ਮਾਇਆ ਨੂੰ ਰੋਂਦੇ, ਸਰੀਰ ਨੂੰ ਰੋਂਦੇ। ਜਿਹੜਾ ਇਹਦੇ ਅੰਦਰ ਵੱਸਦਾ ਸੀ ਉਹਦਾ ਤਾਂ ਭੇਤ ਹੀ ਨਾ ਲੱਗੇ। ਮਹਾਰਾਜ ਕਹਿੰਦੇ ਭੇਤ ਚੇਤ ਹਰ ਕਿਨੇ ਨਾ ਮਿਲਿਓ, ਜਾਂ ਪਕੜ ਚਲਾਇਆ, ਝੂਠਾ ਰੁਦਨ ਹੋਆ ਦਿਵਾਲੇ, ਖਿੰਨਵੇਂ ਭਇਆ ਪਰਾਇਆ। ਸਾਈ ਵਸਤ ਪ੍ਰਾਪਤ ਹੋਈ, ਜਾ ਸਿਓ ਲਾਇਆ ਹੇਤ, ਚੌਥੇ ਪਹਿਰੇ ਰਹਿਣ ਕੇ ਬਣ ਜਾ ਰਿਹਾ ਮਿੱਤਰ, ਲਾਵੀ ਲੁਣਿਆ ਖੇਤ। ਬਈ ਜਿਨ੍ਹਾਂ ਨੂੰ ਆਪਦੇ ਸਮਝਦਾ ਸੀ ਉਹ ਸਾਰੀ ਪਾਸੇ ਹਟ ਜਾਂਦੇ। ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਵੀ ਜਦੋਂ ਤੇਰੇ 'ਤੇ ਮੁਸੀਬਤ ਪਈ ਨਾ, ਔਖੀ ਘੜੀ ਆਈ, ਤੇਰਾ ਇਹਨਾਂ ਦੇ ਵਿੱਚੋਂ ਕਿਸੇ ਨੇ ਸਾਥ ਨਹੀਂ ਦੇਣਾ। ਜਿੱਥੇ ਅਸੀਂ ਦੇਹ ਛੱਡਣ ਤੋਂ ਮਗਰੋਂ ਜਾਣਾ, ਉੱਥੇ ਆ ਸੰਸਾਰੀ ਮਾਂ ਪਿਓ ਸਾਡੇ ਨਾਲ ਨਹੀਂ ਜਾਣਗੇ। ਉੱਥੇ ਆ ਸੰਸਾਰੀ ਭੈਣ ਭਰਾ ਧੀਆਂ ਪੁੱਤਰ ਹੀ ਸਾਡੇ ਨਾਲ ਨਹੀਂ ਜਾਣਗੇ।
ਮਾਰੇ ਤਾਈਆਂ ਫਰਮਾਉਂਦੇ, ਜਹ ਮਾਤ ਪਿਤਾ ਸਤ ਮੀਤ ਨ ਭਾਈ। ਮਾਨੂਹਾ ਨਾਮ ਤੇਰੇ ਸੰਗ ਸਹਾਈ। ਬਈ ਜਿੱਥੇ ਤੂੰ ਦੇਸ਼ ਛੱਡਣ ਤੋਂ ਮਗਰੋਂ ਜਾਣਾ, ਉੱਥੇ ਤੇਰੇ ਨਾ ਮਾਂ ਪਿਓ, ਨਾ ਭੈਣ ਭਰਾ, ਨਾ ਕੋਈ ਸੱਜਣ ਮਿੱਤਰ, ਕੋਈ ਵੀ ਨਾ ਤੇਰੇ ਨਾਲ ਜਾਵੇ। ਉੱਥੇ ਜਿਹਨੇ ਨਾਲ ਤੇਰੇ ਸਹਾਈ ਹੋਣਾ, ਉਹ ਹੈ ਪਰਮਾਤਮਾ ਦਾ ਨਾਮ। ਮਾਲਕ ਨੇ ਆਪ ਸਾਡੇ ਨਾਲ ਸਹਾਈ ਹੋਣਾ। ਹੁਣ ਜਿਹਨੇ ਸਾਡੇ ਨਾਲ ਸਹਾਈ ਹੋਣਾ ਸੀ, ਜੇ ਅਸੀਂ ਸਾਰੀ ਉਮਰ ਉਹ ਤੋਂ ਬੇਮੁਖ ਰਹੇ, ਉਹਦੇ ਸਨਮੁਖ ਹੀ ਨਹੀਂ ਹੋਏ। ਜਿਸ ਨਾਮ ਨੇ ਸਾਡਾ ਸੰਗੀ ਸਾਥੀ ਬਣਨਾ ਸੀ, ਅਸੀਂ ਉਹ ਨਾਮ ਤੋਂ ਟੁੱਟੇ ਰਹੇ, ਨਾਮ ਦੇ ਨਾਲ ਜੁੜੇ ਨਹੀਂ। ਫਿਰ ਉਦੋਂ ਮਨ ਪਛਤਾਉਂਦਾ, ਫਿਰ ਉਦੋਂ ਪਛਤਾਵਾ ਹੀ ਇਹਦੇ ਪੱਲੇ ਰਹਿ ਜਾਂਦਾ। ਫਿਰ ਇਹ ਰੋਂਦਾ ਵੀ, ਫਿਰ ਇਹ ਵਿਰਾਗ ਵੀ ਕਰਦਾ, ਕਿਉਂਕਿ ਕੁੱਟ ਵੀ ਪੈਂਦੀ ਇੱਥੇ। ਫਿਰ ਜਦੋਂ ਰੋਂਦਾ ਪਛਤਾਉਂਦਾ ਵੇਲੇ ਨੂੰ, ਤੇ ਫਿਰ ਇਹਨੂੰ ਮਹਾਰਾਜ ਕਹਿੰਦੇ ਵੀ ਜਦੋਂ ਤੇਰੇ ਕੋਲ ਸਮਾਂ ਸੀ, ਉਦੋਂ ਤੂੰ ਸਿਮਰਨ ਭਗਤੀ ਕੀਤੀ ਨਹੀਂ, ਉਦੋਂ ਤੂੰ ਲੋਭ ਦੇ ਵਿੱਚ ਪਿਆ ਰਿਹਾ, ਸੰਸਾਰ ਦੇ ਵਿੱਚ, ਵੀ ਮੈਂ ਵੱਧ ਤੋਂ ਵੱਧ ਸੰਸਾਰ ਦਾ ਇਕੱਠਾ ਕਰ ਲਾਂ। ਜਦੋਂ ਤੂੰ ਸਿਮਰਨ ਭਗਤੀ ਕਰ ਸਕਦਾ ਸੀ, ਉਹ ਤੂੰ ਕੀਤੀ ਨਹੀਂ, ਤੇ ਹੁਣ ਤਾਂ ਤੈਨੂੰ ਪਛਤਾਵੇ ਦਾ ਕੋਈ ਲਾਭ ਨਹੀਂ, ਕੋਈ ਲਾਹਾ ਨਹੀਂ। ਮਹਾਰਾਜ ਫਰਮਾਉਂਦੇ, ਕਰਨ ਹੁਤੋ ਸੋ ਨਾ ਕੀਓ, ਪਰਿਓ ਲੋਭ ਕੇ ਬੰਦ। ਨਾਨਕ ਸਮਿਓ ਰਮ ਗਿਓ, ਅਬ ਕਿਉ ਰੋਵਤ ਅੰਧ। ਵੀ ਤੇਰਾ ਜਿਹੜਾ ਸਮਾਂ ਹੁਣ ਤਾਂ ਬੀਤ ਗਿਆ, ਵੀ ਹੁਣ ਤਾਂ ਤੈਨੂੰ ਪਛਤਾਉਣ ਦਾ ਕੋਈ ਲਾਭ ਨਹੀਂ, ਕੋਈ ਲਾਹਾ ਨਹੀਂ। ਇੰਨੇ ਲੰਮੇ ਸਮੇਂ ਬਾਅਦ ਤੈਨੂੰ ਵਾਰੀ ਮਿਲੀ ਸੀ, ਮੌਕਾ ਮਿਲਿਆ ਸੀ। ਉਹ ਮੌਕਾ, ਉਹ ਵਾਰੀ ਵੀ ਮਨਮੁਖ ਨੇ ਸਾਰੀ ਉਮਰ ਸੁੱਤੇ ਪਏ ਨਹੀਂ ਲੰਘਾ ਦਿੱਤੀ, ਜਾਗੇ। ਫਿਰ ਐਸੀ ਅਵਸਥਾ ਦੇ ਵਿੱਚ ਸਤਿਗੁਰੂ ਸਾਨੂੰ ਫਿਰ ਪਹਿਲਾਂ ਹੀ ਸਾਵਧਾਨ ਕਰਦੇ ਵੀ ਬਾਅਦ 'ਚੋਂ ਤਾਂ ਪਛਤਾਵਾ ਹੀ ਹੈ। ਫਿਰ ਤਾਂ ਅਸੀਂ ਕੁਝ ਕਰ ਨਹੀਂ ਸਕਦੇ, ਅਤੇ ਹੁਣ ਤਾਂ ਕਰਕੇ ਸਾਨੂੰ ਪਹਿਲਾਂ ਸਾਵਧਾਨ ਕਰਤੇ ਵੀ ਹੁਣ ਵੀ ਇਸ ਲਈ ਨਾ ਹੋਵੋ, ਹੁਣ ਸੁੱਤੇ ਨਾ ਰਹੋ ਅਗਿਆਨਤਾ ਦੇ ਵਿੱਚ, ਹੁਣ ਤੁਸੀਂ ਜਾਗੋ। ਵੀ ਜਿਨ੍ਹਾਂ ਨੂੰ ਤੁਸੀਂ ਆਪਦੇ ਸਮਝਦੇ ਹੋ, ਇਹ ਸੰਸਾਰ ਦੇ ਵਿੱਚੋਂ ਤਾਂ ਤੁਹਾਡੇ ਨਾਲ ਜਾਣਾ ਕਿਹਨੇ? ਇਹ ਜਿਹੜਾ ਸਰੀਰ ਹੈ, ਇਹ ਸਰੀਰ ਹੀ ਹੈ, ਅਸੀਂ ਕਹਿੰਦੇ ਸਾਡਾ ਹੈ, ਸਭ ਤੋਂ ਨੇੜੇ। ਇਹ ਸਰੀਰ ਨੇ ਵੀ ਸਾਡੇ ਨਾਲ ਨਹੀਂ ਜਾਣਾ, ਇਹ ਵੀ ਕੱਪੜਾ ਸਾਨੂੰ ਇੱਥੇ ਲਾ ਕੇ ਛੱਡ ਕੇ ਜਾਣਾ ਪੈਣਾ। ਮਾਰੇ ਤਾਈਆਂ ਫਰਮਾਉਂਦੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਵੀ ਕਿਉਂ ਗਾਫਲ ਹੋ ਕੇ ਮਰਨਾ, ਸੁੱਤਾ ਪਿਆ ਤੂੰ ਜਾਗ। ਇਹ ਸਰੀਰ ਨੇ ਵੀ ਤੇਰਾ ਸਦਾ ਸਾਥ ਨਹੀਂ ਦੇਣਾ, ਇਹ ਸਰੀਰ ਨੇ ਵੀ ਤੇਰੇ ਨਾਲ ਨਹੀਂ ਜਾਣਾ, ਇਹਨੇ ਵੀ ਇੱਥੇ ਦਾ ਇੱਥੇ ਹੀ ਰਹਿ ਜਾਣਾ। ਹੁਣ ਇਹ ਸਰੀਰ ਦਾ ਕਾਹਦਾ? ਮਹਾਰਾਜ ਕਹਿੰਦੇ ਮਾਣ, ਵੀ ਇਹ ਤਾਂ ਜਿਵੇਂ ਘੜਾ ਹੁੰਦਾ ਮਿੱਟੀ ਦਾ। ਹੁਣ ਮਿੱਟੀ ਦੇ ਘੜੇ ਨੂੰ ਟੁੱਟਣ ਲੱਗਿਆ ਕਿੰਨਾ ਕੁ ਸਮਾਂ ਲੱਗਦਾ, ਇੱਕ ਥੋੜ੍ਹਾ ਜਿਹਾ ਠੋਕਰ ਵੱਜੀ ਨਹੀਂ ਤੇ ਹੁਣ ਟੁੱਟ ਜਾਣਾ। ਹੁਣ ਇਸੇ ਤਰ੍ਹਾਂ ਹੀ ਇਹਨੂੰ ਮਹਾਰਾਜ ਕਹਿੰਦੇ, ਕਿਆ ਪਰਵਾਸਾ ਇਸ ਤਨ ਕਾ, ਇਤਨਾ ਕੁ ਲਾਗੇ ਠਣਕਾ। ਵੀ ਇਹਦਾ ਕੀ ਭਰੋਸਾ ਸਰੀਰ ਦਾ, ਇਹਦਾ ਕੋਈ ਪਤਾ ਨਹੀਂ ਇਹ ਭਾਂਡੇ ਨੇ ਕਦੋਂ ਟੁੱਟ ਜਾਣਾ, ਕਦੋਂ ਖਿਲਰ ਜਾਣਾ। ਵੀ ਹੁਣ ਤੁਸੀਂ ਆਪਣੇ ਅਸਲ ਘਰ ਦੀ ਪਹਿਚਾਣ ਕਰ ਲਓ, ਜਿੱਥੇ ਅਸੀਂ ਇਹ ਦੇਹ ਛੱਡਣ ਤੋਂ ਮਗਰੋਂ ਜਾਣਾ, ਜਿੱਥੇ ਅਸੀਂ ਸਦਾ ਵਸਣਾ ਜਾ ਕੇ ਆਪਣੇ ਘਰ ਦੇ ਵਿੱਚ। ਮਹਾਰਾਜ ਕਹਿੰਦੇ ਉਹ ਘਰ ਦੀ ਪਹਿਚਾਣ ਕਰ ਲਓ, ਕਿਉਂਕਿ ਇਹ ਤੁਹਾਡਾ ਅਸਲ ਘਰ ਨਹੀਂ, ਇਹ ਸਾਨੂੰ ਖਾਲੀ ਕਰਨਾ ਪੈਣਾ, ਛੱਡਣਾ ਪੈਣਾ। ਤਾਈਓ ਸਾਨੂੰ ਫਰਮਾਉਂਦੇ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤਹਿ ਜਾਣ। ਊਹਾਂ ਡੇਰਾ ਕੇ ਸੰਜਮ, ਗੁਰ ਕੇ ਸ਼ਬਦ ਪਛਾਣ। ਮਹਾਰਾਜ ਕਹਿੰਦੇ ਵੀ ਇਹ ਤੁਹਾਡਾ ਅਸਲ ਡੇਰਾ ਨਹੀਂ ਹੈ। ਹੁਣ ਤੁਸੀਂ ਗੁਰੂ ਦੇ ਸ਼ਬਦ ਦੁਆਰਾ ਆਪਦੇ ਅਸਲੀ ਡੇਰੇ ਦੀ ਪਹਿਚਾਣ ਕਰ ਲਓ।
ਵੀ ਇਹ ਤਾਂ ਘਰ ਸਾਨੂੰ ਖਾਲੀ ਕਰਨਾ ਪੈਣਾ, ਛੱਡਣਾ ਪੈਣਾ। ਹੁਣ ਜੇ ਅਸੀਂ ਆਪਦੇ ਅਸਲ ਘਰ ਦੀ ਪਹਿਚਾਣ ਕੀਤੀ ਹੋਏਗੀ ਤੇ ਅਸੀਂ ਸਿੱਧਾ ਹੀ ਆਪਦੇ ਘਰ ਚਲੇ ਜਾਵਾਂਗੇ। ਜਦੋਂ ਅਸੀਂ ਘਰ ਚਲੇ ਗਏ, ਸਾਡੀ ਜੋਤ 'ਚ ਜੋਤ ਮਿਲ ਗਈ ਤੇ ਅਸੀਂ ਸਦਾ ਲਈ ਪੂਰੇ ਹੋ ਜਾਣ। ਮਹਾਰਾਜ ਕਹਿੰਦੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਵੀ ਜੋਤ 'ਚ ਜੋਤ ਮਿਲ ਗਈ, ਸੰਪੂਰਨ ਹੋ ਗਏ ਤੇ ਪੂਰੇ ਹੋ ਗਏ। ਹੁਣ ਪੂਰੇ ਨੂੰ ਮਿਲ ਕੇ ਹੋਇਆ ਜਾਂਦਾ ਪਰਮਾਤਮਾ ਨੂੰ। ਜੇ ਅਸੀਂ ਉਹਨੂੰ ਮਿਲਾਂਗੇ, ਉਹਦੇ ਵਿੱਚ ਅਸੀਂ ਵਾਸਾ ਕਰਾਂਗੇ ਸੱਚ ਦੇ, ਤੇ ਫੇਰ ਹੀ ਅਸੀਂ ਪੂਰੇ ਹੋਵਾਂਗੇ। ਜੇ ਹੁਣ ਅਸੀਂ ਉਹਨੂੰ ਮਾਲਕ ਨੂੰ ਮਿਲੇ ਹੀ ਨਹੀਂ ਤੇ ਮਨਮੁਖ ਹੈ ਜਿਹੜਾ, ਉਹ ਤਾਂ ਅਧੂਰਾ ਹੀ ਜੰਮਦਾ ਤੇ ਅਧੂਰਾ ਹੀ ਮਰ ਜਾਂਦਾ। ਉਹ ਵਾਪਸ ਫੇਰ ਆਕਾਰਾਂ ਦੇ ਵਿੱਚ ਚਲਾ ਜਾਂਦਾ, ਕਿਉਂਕਿ ਪੂਰੇ ਨੂੰ ਮਿਲਦਾ ਹੀ ਨਹੀਂ ਤੇ ਪੂਰੇ ਨੂੰ ਮਿਲ ਕੇ ਹੀ ਪੂਰਾ ਹੋਇਆ ਜਾ ਸਕਦਾ। ਮਹਾਰਾਜ ਤਾਈਓ ਫਿਰ ਸਾਨੂੰ ਸਮਝਾਉਂਦੇ, ਕਹਿੰਦੇ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਰ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਵੀ ਜਿਹੜਾ ਪੂਰਾ ਮਾਲਕ, ਵੀ ਉਹਦੀ ਪ੍ਰਾਪਤੀ ਕਰਨੀ ਤੇ ਉਹਦੇ ਗੁਣ ਗਾਉਣੇ, ਉਹਦੇ ਵਿੱਚ ਲੀਨ ਹੋਣਾ, ਉਹਦੇ ਵਿੱਚ ਸਮਾਉਣਾ। ਹੁਣ ਇਹ ਤਾਂ ਹੀ ਹੋਏਗਾ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ, ਅਭਿਆਸ ਕਰਾਂਗੇ। ਇਹ ਵਿਚਾਰਾਂ ਤੋਂ, ਫੁਰਨਿਆਂ ਤੋਂ ਮਨ ਨੂੰ ਜਾਗਤ ਅਵਸਥਾ 'ਚ ਲੈ ਕੇ ਆਵਾਂਗੇ। ਜਦੋਂ ਮਨ ਜਾਗੇਗਾ ਤੇ ਫਿਰ ਇਹਨੂੰ ਆਪਦੇ ਘਰ ਦੀ ਪਹਿਚਾਣ ਆਉਣੀ। ਜੇ ਹੁਣ ਸੁੱਤਾ ਤੇ ਸੁੱਤੇ ਨੂੰ ਆਪਦੇ ਘਰ ਦਾ ਪਤਾ ਨਹੀਂ ਲੱਗਦਾ, ਸੁੱਤੇ ਨੂੰ ਆਪਦੇ ਮਾਤਾ ਪਿਤਾ ਦਾ ਨਹੀਂ ਪਤਾ ਲੱਗਦਾ। ਹੁਣ ਤਾਂ ਫਿਰ ਮਨ ਨੂੰ ਕਹਿੰਦੇ ਵੀ ਸੁੱਤਾ ਹੀ ਨਾ ਆਪਦਾ ਜੀਵਨ ਬਤੀਤ ਕਰਨੀ ਸਾਰਾ। ਵੀ ਤੇਰੇ ਜੀਵਨ ਦੀ ਜਿਹੜੀ ਰਹਿਣ ਉਹ ਬੀਤਦੀ ਜਾ ਰਹੀ। ਵੀ ਹੁਣ ਤੂੰ ਲਾਹਾ ਕੱਟਣ ਵਾਸਤੇ ਆਇਆ, ਇੱਥੇ ਲਾਹਾ ਕੱਟ ਲਾ ਤੇ ਜਾਗ ਪਾ। ਮਹਾਰਾਜ ਤਾਈਓ ਫਰਮਾਉਂਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਵੀ ਸਾਡੇ ਜੀਵਨ ਦੀ ਜਿਹੜੀ ਰਹਿਣ ਹੈ ਤਾਂ ਮੁੱਕਦੀ ਜਾ ਰਹੀ। ਰਾਤ ਕਿੰਨੀ ਵੀ ਲੰਮੀ ਹੋਵੇ ਤੇ ਉਹਨੇ ਖਤਮ ਤਾਂ ਹੋਣਾ ਹੀ ਹੁੰਦਾ। ਜਿਵੇਂ ਆਪਾਂ ਹੁਣ ਦੇਖਦੇ ਰਾਤਾਂ ਛੋਟੀਆਂ ਤੇ ਜਦੋਂ ਸਰਦੀਆਂ ਆਉਂਦੀਆਂ ਰਾਤਾਂ ਵੱਡੀਆਂ ਹੋ ਜਾਂਦੀ। ਚਾਹੇ ਰਾਤ ਵੱਡੀ ਹੈ ਚਾਹੇ ਛੋਟੀ, ਉਹਨੇ ਬੀਤ ਤਾਂ ਜਾਣਾ ਹੀ, ਲੰਘ ਤਾਂ ਜਾਣਾ ਹੀ। ਹੁਣ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਜੀਵਨ ਦੀ ਰਾਤ ਰਹਿਣ, ਸਾਡੀ ਉਮਰ ਆਰਜੂ ਜਿਹੜੀ ਕਿਸੇ ਦੀ ਲੰਮੀ ਜ਼ਿਆਦਾ ਹੈ, ਕਿਸੇ ਦੀ ਘੱਟ ਹੈ। ਕਿਸੇ ਦੀ ਰਾਤ ਛੇਤੀ ਗੁਜ਼ਰ ਜਾਂਦੀ, ਛੋਟੀ ਹੈ, ਕਿਸੇ ਦੀ ਥੋੜ੍ਹੀ ਲੰਮੀ ਚਲੀ ਜਾਂਦੀ। ਹੁਣ ਬੀਤਣੀ ਤਾਂ ਸਭ ਦੀ ਹੋਈ, ਕਿਸੇ ਨੇ ਪਹਿਲਾਂ ਚਲੇ ਜਾਣਾ, ਕਿਸੇ ਨੇ ਬਾਅਦ 'ਚੋਂ ਚਲੇ ਜਾਣਾ, ਜਾਣਾ ਸਭ ਨਹੀਂ। ਮਹਾਰਾਜ ਤਾਈਓ ਫਰਮਾਉਂਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਵੀ ਸਭ ਦੀ ਵਾਰੀ ਆਉਣੀ ਤੇ ਸਾਰਿਆਂ ਨੇ ਜਾਣਾ। ਤੇ ਜਾਣਾ ਕਿੱਥੇ ਹੈ, ਉਹ ਘਰ ਦਾ ਅਸੀਂ ਭੇਤ ਲੈਣਾ। ਵੀ ਜਿੱਥੇ ਅਸੀਂ ਮਰ ਕੇ ਜਾਣਾ, ਉੱਥੇ ਅਸੀਂ ਜਿਉਂਦੇ ਜੀ ਪਹਿਲਾਂ ਪਹੁੰਚਣਾ ਹੁੰਦਾ ਤੇ ਉੱਥੇ ਆਉਣ ਜਾਣ ਬਣਾਉਣਾ ਹੁੰਦਾ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਵੀ ਜਿੱਥੇ ਮਰਨ ਤੋਂ ਬਾਅਦ ਜਾਣਾ, ਜਿਉਂਦੇ ਜੀ ਪਹਿਲਾਂ ਉੱਥੇ ਜਾਓ। ਤੇ ਜੇ ਕਹਿੰਦੇ ਤੁਸੀਂ ਭੁੱਲ ਗਏ ਹੋ ਵੀ ਅਸੀਂ ਕਿੱਥੇ ਜਾਣਾ ਮਰਨ ਤੋਂ ਬਾਅਦ, ਸਾਨੂੰ ਪਤਾ ਨਹੀਂ, ਫਿਰ ਉਹ ਅਸੀਂ ਗੁਰੂ ਤੋਂ ਪੁੱਛਣਾ ਹੁੰਦਾ। ਸਾਨੂੰ ਗੁਰਬਾਣੀ ਗੁਰੂ ਸਾਰਾ ਭੇਜ ਦਿੰਦੇ, ਸਮਝਾਉਂਦੇ। ਮਹਾਰਾਜ ਤਾਈਓ ਫਰਮਾਉਂਦੇ ਅੰਤਰ ਕੀ ਗਤ ਜਾਣੀਏ, ਗੁਰ ਮਿਲਿਆ ਸ਼ੰਕ ਅਵਤਾਰ। ਮੋਇਆਂ ਜਿਤ ਘਰ ਜਾਈਏ ਤਤ ਜੀਵਤ ਅਮਰ ਮਾਰ। ਵੀ ਆਪਣੇ ਅੰਦਰ ਦੀ ਅਵਸਥਾ ਜਿਹੜੀ ਉਹ ਗੁਰੂ ਤੋਂ ਪੁੱਛੋ ਤੇ ਪੁੱਛ ਕੇ ਇਸ ਮਾਰਗ ਦੇ ਉੱਤੇ ਚੱਲੋ। ਤੇ ਜਿੱਥੇ ਮਰਨ ਤੋਂ ਬਾਅਦ ਜਾਣਾ, ਜਿਉਂਦੇ ਜੀ ਪਹਿਲਾਂ ਪਹੁੰਚੋ। ਹੁਣ ਉੱਥੇ ਜਾਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਣਾ। ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਹੀ ਅਸੀਂ ਉੱਥੇ ਜਾ ਸਕਦੇ ਹਾਂ ਆਪਦੇ ਘਰ। ਤੇ ਤਾਈਓ ਸਾਨੂੰ ਫਿਰ ਕਹਿੰਦੇ ਵੀ ਜਿਹੜਾ ਸਾਡਾ ਮਨ ਸੁੱਤਾ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ, ਹੁਣ ਇਸ ਸੁੱਤੇ ਹੋਏ ਮਨ ਨੂੰ ਜਗਾਵੋ। ਜਦੋਂ ਇਹ ਜਾਗੇਗਾ ਫਿਰ ਇਹ ਘਰ ਨੂੰ ਵਾਪਸ ਜਾਏਗਾ।
ਇਸ ਲਈ ਫਰਮਾਉਂਦੇ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਵੀ ਇਹ ਸਿਮਰਨ ਕਰਕੇ ਜਿਹੜਾ ਸਾਡਾ ਮਨ ਸੁੱਤਾ ਹੋਇਆ, ਇਹ ਸੁੱਤੇ ਮਨ ਨੂੰ ਜਗਾਓ। ਆਓ ਹੁਣ ਕਿਵੇਂ ਅਸੀਂ ਇਹ ਸੁੱਤੇ ਮਨ ਨੂੰ ਜਗਾਉਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਧ ਸੰਗ ਰਾਜ ਸਿਮਰਨ ਅਭਿਆਸ ਦੱਸ ਰਹੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰੇ ਜਦੋਂ ਫਿਰ ਇਹ ਆਪਾਂ ਅਭਿਆਸ ਕਰਦੇ ਹਾਂ, ਇਹਦੇ ਨਾਲ ਆਪਣਾ ਜਿਹੜਾ ਮਨ ਵਿਚਾਰਾਂ ਵਿੱਚ ਭਰਮ ਦੇ ਵਿੱਚ ਸੁੱਤਾ ਹੋਇਆ, ਫਿਰ ਸੁੱਤਾ ਹੋਇਆ ਮਨ ਸਾਡਾ ਜਾਗਦਾ। ਜਦੋਂ ਸਾਡਾ ਮਨ ਜਾਗੇਗਾ, ਸਾਨੂੰ ਆਪਣੇ ਘਰ ਦੀ ਸੋਝੀ ਹੋ ਜਾਏਗੀ। ਜੇ ਅਸੀਂ ਜਾਗਾਂਗੇ ਤੇ ਅਸੀਂ ਸਾਹਮਣੇ ਪਰਮਾਤਮਾ ਨੂੰ ਦੇਖਾਂਗੇ, ਮਾਲਕ ਸਾਨੂੰ ਆਪਣਾ ਘਰ ਨਜ਼ਰ ਆਏਗਾ। ਜੇ ਸਾਡਾ ਮਨ ਜਾਗੇਗਾ ਤੇ ਅਸੀਂ ਮਾਲਕ ਦੀ ਆਵਾਜ਼ ਨੂੰ, ਹੁਕਮ ਨੂੰ, ਨਾਮ ਨੂੰ ਸੁਣਾਂਗੇ। ਇਸ ਵਾਸਤੇ ਹੁਣ ਆਪਾਂ ਇਸ ਸੁੱਤੇ ਹੋਏ ਮਨ ਨੂੰ ਜਗਾਉਣ ਲਈ ਵੱਧ ਤੋਂ ਵੱਧ ਇਹ ਅਭਿਆਸ ਕਰਨਾ। ਬਹਿੰਦੇ, ਉੱਠਦੇ, ਚੱਲਦੇ ਫਿਰਦੇ, ਕੰਮ ਕਾਰ ਕਰਦੇ, ਵੀ ਤਾਂ ਕਿ ਸਾਡੇ ਹਿਰਦੇ 'ਚ ਵਸ ਜੇ, ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ। ਜੇ ਉਹ ਸਾਹਿਬ ਮਾਲਕ ਵਾਹਿਗੁਰੂ ਸਾਡੇ ਹਿਰਦੇ 'ਚ ਵਸ ਜੇਗਾ, ਫਿਰ ਸਾਨੂੰ ਅੱਗੇ ਸੌਖਾ ਹੀ ਸੌਖਾ। ਫਿਰ ਜੇ ਸਾਡਾ ਸਮਾਂ ਖਤਮ ਵੀ ਹੋ ਜਾਂਦਾ, ਸਾਨੂੰ ਅੱਗੇ ਆਨੰਦ ਹੀ ਆਨੰਦ, ਕਿਉਂਕਿ ਅਸੀਂ ਸਿੱਧਾ ਹੀ ਆਪਦੇ ਘਰ ਚਲੇ ਜਾਵਾਂਗੇ।
इसे वास्ता जी मारे फरमाउंदे, क्या जाना कब मरेंगे, कैसा मरना हुए। जेकर साहिब मनो ना विसरे तो सैला मरना होए। भी जे सानू मालक ना विसरे तो फिर सैला, फिर सौखा ही सुख। जे मालक भुलिया होया विसरिया होया फिर औख, फिर असी जमा दे वस पै जाते। इस वास्ते हुण आपां वध तों वध ये अभ्यास करना भी ताकि सानू भुले ना, सानू विसरे ना। गुरबाणी गुरु नूं जदों आपां पढ़दे हां सहज दे नाल विचारना खोजना, क्योंकि सारी गुरबाणी गुरु विच आपां नूं परमात्मा वाहिगुरू नूं मिलाप दा रस्ता दस्सिया जा रहा। ਅਤੇ ਆਪਣੇ ਅੰਦਰ ਦੀ ਕਾਇਆ ਦੀ ਖੋਜ ਕਰਕੇ ਆਪਾਂ ਨੂੰ ਸਾਰਾ ਭੇਜ ਦਿੱਤਾ ਹੋਏ। ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰ, ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਸਾਰਾ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਸਾਡੇ ਹਿਰਦੇ ਵਿੱਚ ਵਸ ਜੇ, ਮਨ ਦੇ ਵਿੱਚ ਵਸ ਜੇ। ਸਾਨੂੰ ਗੁਰੂ ਦੀ ਮੱਤ ਜਿਹੜੀ ਉਹ ਆ ਜੇ ਅਤੇ ਸਾਡੀ ਆਪਦੀ ਮੱਤ ਹੈ ਜਿਹੜੀ ਉਹ ਬਿਨਸ ਜਾਵੇ, ਖਤਮ ਹੋ ਜਾਵੇ ਅਤੇ ਆਪ ਆਪਦੇ ਜੀਵਨ ਦਾ ਲਾਹਾ ਖੱਟ ਕੇ ਖੁਸ਼ੀ ਖੁਸ਼ੀ ਇੱਥੋਂ ਆਪਦੇ ਘਰ ਆਪਣੇ ਦੇਸ਼ ਵਾਪਸ ਜਾਈਏ। ਸੰਸਾਰ ਦੇ ਵਿੱਚ ਜਾਂਦੇ ਤਾਂ ਜੀਵ ਸਾਰੇ ਹੀ ਨੇ, ਜਾਂਦੇ ਗੁਰਮੁਖ ਵੀ ਨੇ ਅਤੇ ਮਨਮੁਖ ਵੀ ਜਾਂਦੇ, ਪਰ ਜਾਣ ਦੇ ਵਿੱਚ ਅੰਤਰ ਹੈ। ਜਦੋਂ ਗੁਰਮੁਖ ਜਾਂਦੇ ਉਹ ਖੁਸ਼ੀ ਖੁਸ਼ੀ ਜਾਂਦੇ, ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਦੁੱਖ, ਕੋਈ ਸਹਿੰਸਾ, ਕੋਈ ਫਿਕਰ ਨਹੀਂ ਹੁੰਦਾ। ਉਹਨਾਂ ਦਾ ਮਨ ਆਨੰਦ ਅਵਸਥਾ ਦੇ ਵਿੱਚ ਹੁੰਦਾ। ਅਤੇ ਜਿਹੜਾ ਮਨਮੁਖ ਜਦੋਂ ਉਹ ਜਾਂਦਾ ਉਹ ਦੁਖੀ ਹੋ ਕੇ ਜਾਂਦਾ, ਕਿਉਂਕਿ ਉਹਦੇ ਅੰਦਰ ਇੰਨਾ ਕਲਾ ਕਲੇਸ਼ ਹੁੰਦਾ ਵਿਚਾਰਾਂ 'ਚ, ਇੰਨਾ ਉਹ ਦੁਖੀ ਹੁੰਦਾ, ਇੰਨਾ ਉਹ ਸ਼ਾਂਤ ਹੁੰਦਾ। ਅਤੇ ਤਾਂਹੀਓ ਫਿਰ ਬਾਬਾ ਕਬੀਰ ਜੀ ਕਹਿੰਦੇ ਵੀ ਇਹ ਜੱਗ ਮਰਦਾ ਤਾਂ ਹੈਗਾ ਪਰ ਇਹਨਾਂ ਨੂੰ ਮਰਨਾ ਨਹੀਂ ਆਉਂਦਾ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਵੀ ਨਾ ਜਾਣੇ ਕੋਈ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਈ। ਵੀ ਇੱਕ ਐਸੀ ਵੀ ਮਰਨੀ ਗੁਰੂ ਦੀ ਮੱਤ ਦੁਆਰਾ, ਜੇ ਅਸੀਂ ਮਰ ਜਾਈਏ ਤਾਂ ਦੁਬਾਰਾ ਸਾਡਾ ਮਰਨ ਨਹੀਂ ਹੁੰਦਾ ਵਾਰ ਵਾਰ। ਅਤੇ ਜਿਹੜਾ ਮਨਮੁਖ ਹੈ ਉਹ ਤਾਂ ਫਿਰ ਵਾਰ ਵਾਰ ਜੰਮਦਾ ਮਰਦਾ, ਵਾਰ ਵਾਰ ਜੂਨਾ ਚਾਹੁੰਦਾ ਘਰਾਂ ਦੇ ਵਿੱਚ। ਇਸ ਵਾਸਤੇ ਫਿਰ ਜਦੋਂ ਗੁਰਮੁਖ ਜਾਂਦੇ ਉਹ ਆਨੰਦ ਅਵਸਥਾ 'ਚ ਜਾਂਦੇ, ਅਤੇ ਜਿਹੜਾ ਮਨਮੁਖ ਹੈ ਉਹ ਦੁਖੀ ਹੋ ਕੇ ਜਾਂਦਾ ਅਤੇ ਕੁੱਟ ਖਾਂਦਾ ਜਾਂਦਾ। ਸੋ ਤਾਂ ਕਰਕੇ ਫਿਰ ਜਾਣ 'ਚ ਫਰਕ ਹੈ, ਅੰਤਰ। ਅਤੇ ਆਪਾਂ ਨੂੰ ਕਹਿੰਦੇ ਵੀ ਹੁਣ ਮਰਜ਼ੀ ਸਾਡੀ ਮਨ ਦੀ ਹੈ ਵੀ ਅਸੀਂ ਗੁਰਮੁਖ ਬਣ ਕੇ ਜਾਣਾ ਹੈ ਕਿ ਜਾਂ ਅਸੀਂ ਮਨਮੁਖ ਬਣ ਕੇ ਜਾਣਾ। ਅਖੀਰੀ ਫੈਸਲਾ ਸਾਡੇ ਮਨ ਦੇ ਉੱਤੇ ਛੱਡਿਆ ਹੋਇਆ। ਮਹਾਰਾਜ ਕਹਿੰਦੇ ਮੇਰੇ ਮਨ ਭੂਲੇ ਕਪਟ ਨਾ ਕੀਜੇ, ਅੰਤ ਨਵੇੜਾ ਤੇਰੇ ਜੀ ਪੈ ਲੀਜੇ। ਵੀ ਤੇਰੇ ਉੱਤੇ ਹੀ ਨਵੇੜਾ ਕਰ ਦੇਣਾ, ਤੇਰੀ ਮਰਜ਼ੀ। ਜੇ ਤਾਂ ਤੈਨੂੰ ਕੋਈ ਆਕਾਰ ਸੋਹਣਾ ਲੱਗਦਾ ਤੈਨੂੰ ਉਹ ਆਕਾਰ 'ਚ ਭੇਜ ਦਾਂਗੇ, ਜੇ ਤੂੰ ਨਹੀਂ ਆਕਾਰ 'ਚ ਜਾਣਾ ਚਾਹੁੰਦਾ ਵੀ ਅਸੀਂ ਹੁਣ ਥੱਕ ਗਏ ਹਾਂ ਜੀ ਖੇਲ ਖੇਲ ਕੇ, ਅਸੀਂ ਨਹੀਂ ਚਾਹੁੰਦੇ ਵੀ ਦੁਬਾਰਾ ਅਸੀਂ ਫਿਰ ਵਾਪਸ ਆਕਾਰ 'ਚ ਆਈਏ। ਫਿਰ ਮਾਲਕ ਨੂੰ ਜੇ ਅਸੀਂ ਮਨ 'ਚ ਵਸਾ ਲਾਂਗੇ ਤਾਂ ਮਾਲਕ ਸਾਨੂੰ ਆਪਦੇ 'ਚ ਸੰਭਾਲੇਗਾ ਅਤੇ ਅਸੀਂ ਸਦਾ ਲਈ ਉਹਦੇ ਵਿੱਚ ਲੀਨ ਹੋ ਜਾਵਾਂਗੇ ਅਤੇ ਸਦਾ ਲਈ ਸਾਨੂੰ ਅਮਰ ਪਦਵੀ ਜਿਹੜੀ ਉਹਦੀ ਪ੍ਰਾਪਤੀ ਹੋ ਜਾਏਗੀ, ਸਾਨੂੰ ਵਾਪਸ ਨਹੀਂ ਭੇਜਣਗੇ। ਸੋ ਇਸ ਵਾਸਤੇ ਜੇ ਹੁਣ ਅਸੀਂ ਕਮਾਈ ਕਰਾਂਗੇ ਅਤੇ ਅਸੀਂ ਖੁਸ਼ੀ ਖੁਸ਼ੀ ਆਪਦੇ ਘਰ ਜਾਵਾਂਗੇ ਵਾਪਸ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿ